ਤੁਹਾਨੂੰ ਅਕਾਲੀ ਦਲ ਸੰਯੁਕਤ ਕਿਉਂ ਚੰਗਾ ਲੱਗਾ? ਪਾਵਰ ਹਾਊਸ ਨੂੰ ਹੱਥ ਕਿਉਂ ਨਹੀਂ ਪਾਇਆ ਗਿਆ, ਜਦ ਕਿ ਅਸਿੱਧੇ ਰੂਪ ਦੇ ਵਿੱਚ ਤਾਰਾਂ ਫਿਰ ਬੀਜੇਪੀ ਨਾਲ ਜਾ ਕੇ ਜੁੜ ਜਾਂਦੀ? ਸਾਡੇ ਕੋਲੇ ਕੋਈ ਬਚਣ ਦਾ ਰਾਹ ਨਹੀਂ ਸੀ। ਸਾਡੇ ਆਪਣੇ ਹੀ ਲੋਕ ਜਿਹੜਾ ਉਹ ਅਕਾਲੀ ਦਲ ਨੂੰ ਹਾਈਜੈਕ ਕਰਕੇ ਆਪਣੀ ਕਾਰਪੋਰੇਟ ਏਜੰਸੀ ਚਲਾ ਰਹੇ ਆ, ਸੁਖਬੀਰ ਜੀ ਹੋਰੀ, ਉਹ ਸਾਨੂੰ ਮਾਰਨ ਦੀ ਕੋਸ਼ਿਸ਼ ਕਰ ਰਹੇ ਸੀ। ਪੈਕੇਜ ਤਾਂ ਜਦੋਂ ਅਕਾਲੀ ਭਾਜਪਾ ਗੱਠਜੋੜ ਸੀ, ਸਰਕਾਰ ਬਣੀ ਸੀ, ਉਦੋਂ ਵੀ ਬੜੇ ਚਰਚੇ ਚੱਲੇ ਸੀਗੇ। ਸੁਖਬੀਰ ਹੋਰਾਂ ਨੇ ਕਿਹਾ ਸੀ ਟਰੱਕ ਭਰ ਕੇ ਆਉਣਗੇ ਕੇਂਦਰ ਦੇ ਵੱਲੋਂ। ਉਹ ਗੱਲਾਂ ਕਰਦੇ ਸੀ ਵੀ ਟਰੱਕ ਆਇਆ ਕਰਨਗੇ ਜੀ, ਬੱਸਾਂ ਐਸੀਆਂ ਬਣ ਜਾਣਗੀਆਂ ਜੀ, ਜਾਂ ਐਸੀਆਂ ਸੜਕਾਂ ਬਣਾ ਦਿਆਂਗੇ ਵੀ ਬੰਬ ਵੀ ਵੱਜੂਗਾ, ਟੁੱਟਣਗੀਆਂ ਨਹੀਂ ਜੀ। ਪਰ ਜਦੋਂ ਉੱਥੇ ਦਰਬਾਰ ਦੇ ਵਿੱਚ ਜਾਂਦੇ ਸੀ ਤਾਂ ਇੱਕੋ ਹੀ ਗੱਲ ਕਹਿੰਦੇ ਸੀ, ਸਾਡੀ ਵਜ਼ੀਰੀ ਸਾਨੂੰ ਦੇ ਦੇ। ਨਵਜੋਤ ਸਿੰਘ ਸਿੱਧੂ ਬੜਾ ਕਹਿੰਦੇ ਸੀ, ਅਸੀਂ ਵੀ ਸੋਚਦੇ ਸੀ ਵੀ ਸ਼ਾਇਦ ਕੋਈ ਪੰਜਾਬ ਮਾਡਲ ਜਿਹੜਾ ਨਵਾਂ ਆਵੇ, ਉਹਦੇ ਨਾਲ ਪੰਜਾਬ ਦਾ ਬਹੁਤ ਭਲਾ ਹੋ ਜਾਏ। ਜਿਨ੍ਹਾਂ ਦੇ ਮੱਥੇ ਤੇ ਹਮੇਸ਼ਾ ਹੀ ਜਿਨ੍ਹਾਂ ਨੇ ਸਹੁੰ ਖਾਧੀ ਹੋਈ ਹੈ ਵੀ ਅਸੀਂ ਕਦੇ ਜਿੱਤਣਾ ਹੀ ਨਹੀਂ, ਤੇ ਉਹਨਾਂ ਨੂੰ ਟਿਕਟ ਦੇ ਦਿੱਤੀ ਗਈ। ਸੋ ਪੰਜਾਬ ਮਾਡਲ ਵਾਲਾ ਦੀਵਾ ਜਦੋਂ ਨਵਜੋਤ ਸਿੰਘ ਸਿੱਧੂ ਸਾਹਿਬ ਦਾ ਇਹਨਾਂ ਕੈਂਡੀਡੇਟਾਂ ਦੀ ਲਿਸਟ ਆਈ, ਉਹ ਜਗਣ ਤੋਂ ਪਹਿਲਾਂ ਹੀ ਸਦਾ ਵਾਸਤੇ ਬੁੱਝ ਗਿਆ। ਪਰ ਪੰਜਾਬ ਮਾਡਲ ਜਿਹੜਾ ਹੁਣ ਫਲੋਰ ਤੋਂ ਸਾਡੇ MP ਸਾਹਿਬ ਹੈ, ਉਹਨਾਂ ਦਾ ਬੇਟਾ ਹੈ, ਇਹਨਾਂ ਦੇ ਸਿਰ ਤੇ ਬਣਨਾ, ਇਹ ਤਾਂ ਖੁਦ ਚੋਰ ਨੇ। ਪਰ ਕੋਈ ਅਫਸਰ ਐਸਾ ਨਹੀਂ ਜਿਹਨੇ 5 ਤੋਂ 7 ਕਰੋੜ ਰੁਪਈਆ ਆਪਣੀ ਬੇਟੀ ਦੇ ਵਿਆਹ ਤੇ ਲਾਤਾ ਹੋਵੇ, ਜਿਹਦੇ 'ਚ ਦਲਜੀਤ ਦੋਸਾਂਝ ਵਰਗੇ ਕਲਾਕਾਰ ਪਰਫਾਰਮ ਕਰਨ ਆਏ ਹੋਣ। ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਇਸ ਵਾਰ ਕੁਝ ਹਟ ਕੇ ਨੇ। ਕੱਲਾ ਇਸ ਕਰਕੇ ਨਹੀਂ ਕਿ ਮੁਕਾਬਲੇ ਦੇ ਵਿੱਚ 2 ਜਾਂ 3 ਧਿਰਾਂ ਨਹੀਂ, ਧਿਰਾਂ ਬਹੁਤੀਆਂ ਬਣ ਗਈਆਂ ਨੇ, ਬਲਕਿ ਇਸ ਕਰਕੇ ਵੀ ਹਰ ਹਲਕੇ ਦੇ ਵਿੱਚ ਕੁਝ ਨਵੇਂ ਸਮੀਕਰਨ ਬਣ ਕੇ ਸਾਹਮਣੇ ਆ ਰਹੇ ਨੇ। ਜੇ ਗੱਲ ਕਰੀਏ ਫਲੋਰ ਹਲਕੇ ਦੀ, ਤਾਂ ਫਲੋਰ ਦੇ ਵਿੱਚ ਜਿਵੇਂ ਕਾਂਗਰਸ ਨੇ ਆਪਣੀ ਟਿਕਟ ਦੀ ਘੋਸ਼ਣਾ ਕੀਤੀ, ਤਿਵੇਂ ਹੀ ਕਾਂਗਰਸ ਦੇ ਵਿੱਚ ਟੁੱਟ ਭੱਜ ਸ਼ੁਰੂ ਹੁੰਦੀ ਹੈ। ਸਰਵਣ ਸਿੰਘ ਫਲੋਰ ਜਿਹੜੇ ਦਾਅਵੇਦਾਰ ਸੀ ਇੱਥੇ ਟਿਕਟ ਦੇ, ਉਹ ਟੁੱਟ ਕੇ ਅਕਾਲੀ ਦਲ ਸੰਯੁਕਤ ਦੇ ਵਿੱਚ ਸ਼ਾਮਲ ਹੋ ਜਾਂਦੇ ਆ, ਤੇ ਇੱਥੇ ਮੁਕਾਬਲਾ 3 ਕੋਣੀ ਨਾ ਹੋ ਕੇ 4 ਕੋਣੀ ਤੇ ਹੋ ਸਕਦਾ 5 ਕੋਣੀ ਵੀ ਬਣ ਸਕਦਾ, ਕਿਉਂਕਿ ਕਿਸਾਨ ਜਥੇਬੰਦੀਆਂ ਵੀ ਇੱਥੇ ਚੋਣ ਮੈਦਾਨ ਦੇ ਵਿੱਚ ਨੇ। ਦਮਨਵੀਰ ਫਲੋਰ ਸਾਡੇ ਨਾਲ ਇਸ ਵੇਲੇ ਮੌਜੂਦ ਨੇ। ਕਿਉਂ ਕਾਂਗਰਸ ਛੱਡੀ? ਵੈਸੇ ਤਾਂ ਲਗਭਗ ਦਮਨ ਜੀ ਤੈਅ ਹੀ ਹੈ ਕਿ ਟਿਕਟ ਨਾ ਮਿਲਣਾ ਹੀ ਇੱਕ ਇਕਲੌਤਾ ਕਾਰਨ ਮੰਨਿਆ ਜਾ ਸਕਦਾ, ਪਰ ਬਾਵਜੂਦ ਇਹਦੇ ਕੀ ਤੁਹਾਡੀ ਤਿਆਰੀ ਦੇ ਵਿੱਚ ਕੋਈ ਕਮੀ ਸੀ, ਜਾਂ ਕੀ ਖਾਸੀਅਤ ਤੁਹਾਨੂੰ ਨਜ਼ਰ ਆਈ ਕਿ ਤੁਹਾਡੇ ਮੁਕਾਬਲੇ ਦੇ ਵਿੱਚ ਤੁਹਾਡੇ ਪਿਤਾ ਸ਼੍ਰੀ 6 ਵਾਰ ਜਿਹੜੇ ਆ ਉਹ ਵਿਧਾਨ ਸਭਾ ਦੀਆਂ ਚੋਣਾਂ ਜਿੱਤ ਚੁੱਕੇ ਆ, ਮੰਤਰੀ ਰਹਿ ਚੁੱਕੇ ਆ, ਬਾਵਜੂਦ ਇਹਦੇ ਤੁਹਾਨੂੰ ਟਿਕਟ ਦੇਣ ਦੀ ਬਜਾਏ ਜਿਹੜਾ 3 ਵਾਰ ਹਾਰਿਆ ਹੋਇਆ ਵਿਅਕਤੀ ਹੈ ਇਸੇ ਹਲਕੇ ਦੇ ਵਿੱਚੋਂ, ਉਹਨੂੰ ਟਿਕਟ ਦੇਤੀ? ਕਾਰਨ ਕੀ ਮੰਨਦੇ, ਪਹਿਲਾਂ ਤਾਂ ਇਹ ਦੱਸ ਦਿਓ। ਨਹੀਂ, ਬਿਲਕੁਲ ਜਿਵੇਂ ਤੁਸੀਂ ਆਖਿਆ ਵੀ ਗੱਲ ਜਿਹੜੀ ਟਿਕਟ ਦੀ ਹੈ, ਟਿਕਟ ਦੇ ਵਿੱਚ ਕ੍ਰਾਈਟੇਰੀਆ ਹੁੰਦਾ ਹਰ ਇੱਕ ਪਾਰਟੀ ਦਾ ਵੀ ਟਿਕਟ ਕਿਸ ਉਮੀਦਵਾਰ ਨੂੰ ਦੇਣੀ ਹੈ ਤੇ ਕਿਵੇਂ ਦੇਣੀ ਹੈ। ਜੋ ਕਾਂਗਰਸ ਪਾਰਟੀ ਦਾ ਨਵਜੋਤ ਸਿੰਘ ਸਿੱਧੂ ਕਹਿ ਰਹੇ ਸੀਗੇ, ਚੰਨੀ ਸਾਹਿਬ ਕਹਿ ਰਹੇ ਸੀ, ਜਾਂ ਕਾਂਗਰਸ ਦੇ ਵੱਡੇ ਲੀਡਰ ਕਹਿ ਰਹੇ ਸੀ ਕਿ ਇਸ ਵਾਰੀ ਕ੍ਰਾਈਟੇਰੀਆ ਬਹੁਤ ਸਖਤ ਹੈ, ਵਿਨੇਬਿਲਿਟੀ ਦੇਖੀ ਜਾਏਗੀ, ਇਹ ਦੇਖਿਆ ਜਾਏਗਾ ਕਿਹੜੇ ਸਾਫ਼ ਅਕਸ ਵਾਲੇ ਬੰਦੇ ਆ ਜਾਂ ਕਿਹੜੇ ਜਿੱਤਣ ਵਾਲੇ ਬੰਦੇ ਆ। ਪਰ ਜਦੋਂ ਰਿਜ਼ਲਟ ਆਇਆ ਤਾਂ ਬਿਲਕੁਲ ਉਹਦੇ ਵਿਪਰੀਤ ਗੱਲ ਆਈ। ਜਿਨ੍ਹਾਂ ਦੇ ਮੱਥੇ ਤੇ ਹਮੇਸ਼ਾ ਹੀ ਜਿਨ੍ਹਾਂ ਨੇ ਸਹੁੰ ਖਾਧੀ ਹੋਈ ਹੈ ਵੀ ਅਸੀਂ ਕਦੇ ਜਿੱਤਣਾ ਹੀ ਨਹੀਂ, ਤੇ ਉਹਨਾਂ ਨੂੰ ਟਿਕਟ ਦੇ ਦਿੱਤੀ ਗਈ। ਤੇ 5 ਸਾਲ ਜੋ ਕਾਰਗੁਜ਼ਾਰੀ ਰਹੀ ਹੈ ਉਹਨਾਂ ਦੀ, ਜੋ ਉਹਨਾਂ ਨੇ ਫਲੋਰ ਹਲਕੇ ਦੇ ਵਿੱਚ ਕੰਮ ਕੀਤੇ ਹੈ, ਜਿਹਦੇ ਵਿੱਚ ਜਿੱਦਾਂ ਅੱਜ CM ਸਾਹਿਬ ਦੇ ਕੁਝ ਰਿਸ਼ਤੇਦਾਰਾਂ ਤੇ ਹੁਣ ਰੇਡਾਂ ਵੀ ਚੱਲ ਰਹੀਆਂ, ਸੈਂਡ ਮਾਈਨਿੰਗ ਨੂੰ ਲੈ ਕੇ ED ਦੀਆਂ ਅੱਜ ਰੇਡਾਂ ਚੱਲ ਰਹੀਆਂ। ਸਭ ਤੋਂ ਵੱਧ ਤਾਂ ED ਜੇ ਦੇਖਿਆ ਜਾਵੇ, ਮੈਂ ਉਸ ਵੇਲੇ ਵੀ ਲੈਟਰਸ ਲਿਖੇ ਸੀ, ਮਾਈਨਿੰਗ ਜਿਹੜੀ ਹੋਈ ਹੈ ਜਿਹਦੇ ਵਿੱਚੋਂ ਬਹੁਤ ਸਾਰਾ ਰੈਵਨਿਊ ਖਾਧਾ ਗਿਆ ਗਵਰਨਮੈਂਟ ਦਾ, ਉਹ ਫਲੋਰ ਹੁੰਦੀ ਰਹੀ ਹੈ। 2-2 ਲੱਖ ਰੁਪਈਆ ਡੇਲੀ ਜਿਹੜਾ ਨਿੱਜੀ ਜਿਹੜੇ ਇੱਥੇ ਸਰਪ੍ਰਸਤੀ ਕਰਨ ਵਾਲੇ ਸੀਗੇ, ਜਿਹੜੇ ਅੱਜ ਕੈਂਡੀਡੇਟ ਬਣ ਗਏ ਆ, ਉਹਨਾਂ ਦੀਆਂ ਜੇਬਾਂ ਦੇ ਵਿੱਚ ਪੈਂਦਾ ਰਿਹਾ। ਜੇ ਡਰੱਗਸ ਦੀ ਗੱਲ ਕਰ ਲਈਏ ਤਾਂ ਸਕੂਲਾਂ ਦੇ ਗੇਟਾਂ ਤੱਕ ਡਰੱਗ ਵੇਚਣ ਵਾਲੇ ਆ ਗਏ ਸਨ। ਤੇ ਉਸ ਤੋਂ ਬਾਅਦ ਵੱਡੀ ਗੱਲ, ਜਿਹੜੀ ਸਭ ਤੋਂ ਵੱਡੀ ਗੱਲ ਦੇਖਣ ਵਾਲੀ ਇੱਥੇ ਜਿਹੜੀ ਫਲੋਰ ਹਲਕੇ ਵਿੱਚ ਆਈ ਹੈ, ਨੈਸ਼ਨਲ ਚੈਨਲਸ ਦੇ ਵਿੱਚ ਇੱਕ ਬਹੁਤ ਵੱਡਾ ਵਸੂਲੀ ਸਕੈਮ ਦੇ ਨਾਮ ਤੇ ਚਰਚਿਤ ਹੋਇਆ। ਉਹਦੇ ਵਿੱਚ ਟਾਈਲਾਂ ਚੋਂ ਵਸੂਲੀ ਕੀਤੀ ਗਈ, RO ਸਿਸਟਮਾਂ 'ਚੋਂ ਵਸੂਲੀ ਕੀਤੀ ਗਈ, ਆਪਣੀ ਹੀ ਪਾਰਟੀ ਦੇ ਸਰਪੰਚਾਂ ਦੇ ਗਲ 'ਚ ਅੰਗੂਠਾ ਦੇ ਕੇ ਉਹਨਾਂ ਤੋਂ ਕਮਿਸ਼ਨਾਂ ਖਾਧੀਆਂ ਗਈਆਂ, ਗਲਤ ਬਿੱਲਾਂ ਤੇ ਸਾਈਨ ਕਰਾਏ ਗਏ। ਤਾਂ ਇਸ ਤਰ੍ਹਾਂ ਦੇ ਕਾਰਨਾਮੇ ਦੇਖ ਕੇ ਜੇ ਇਹ ਕ੍ਰਾਈਟੇਰੀਆ ਸੀਗਾ, ਫਿਰ ਅਸੀਂ ਤਾਂ ਭੁੱਲੇ ਹੋਏ ਸੀਗੇ। ਤੇ ਇਸ ਕ੍ਰਾਈਟੇਰੀਏ ਤੋਂ ਬਚਾਉਣ ਵਾਸਤੇ ਲੋਕਾਂ ਨੂੰ, ਇਸ ਠੱਗਾਂ ਚੋਰਾਂ ਤੋਂ, ਡਕੈਤਾਂ ਤੋਂ ਲੋਕਾਂ ਨੂੰ, ਆਪਣੇ ਫਲੋਰ ਦੇ ਲੋਕਾਂ ਨੂੰ ਬਚਾਉਣ ਵਾਸਤੇ ਇੱਕ ਬੰਦਾ ਲੁੱਟ ਰਿਹਾ ਸੀ ਤੇ ਇੱਕ ਚੁੱਪ ਬੈਠ ਕੇ, ਜਿਹਨੂੰ ਫਲੋਰ ਨੇ ਪਿਛਲੀ ਵਾਰੀ ਜਿਹਦੇ ਤੇ ਵਿਸ਼ਵਾਸ ਦਿਖਾਇਆ ਸੀ, ਉਹ ਆਪੋਜੀਸ਼ਨ ਦਾ ਰੋਲ ਨਹੀਂ ਸੀ ਅਪਣਾ ਰਿਹਾ।
ਉਹਨੂੰ ਦੇਖਦੇ ਹੋਏ ਫਿਰ ਅਸੀਂ ਆਪਣੇ ਲੋਕਾਂ ਨੂੰ ਬਚਾਉਣ ਵਾਸਤੇ ਇਹ ਫੈਸਲਾ ਲਿਆ, ਕਿਉਂਕਿ ਰਾਜ ਬਿਨਾਂ ਨਾ ਧਰਮ ਚਲੇ ਹੈ, ਧਰਮ ਬਿਨਾਂ ਸਭ ਦਲੇ ਮਲੇ ਹੈ। ਅੱਛਾ, ਤੁਹਾਨੂੰ ਲੱਗਦਾ ਹੈ ਕਿ ਜਦੋਂ ਅਕਸ ਦੀ ਗੱਲ ਕਰਦੇ ਹਾਂ ਤੇ ਕਿਤੇ ਨਾ ਕਿਤੇ ਟਿਕਟਾਂ ਦੀ ਵੰਡ ਵੇਲੇ ਉਹ ਜਿਹੜਾ ਅਕਾਲੀ ਸਰਕਾਰ ਵੇਲੇ ਤੁਹਾਡੇ ਉੱਤੇ ਇਲਜ਼ਾਮ ਲੱਗੇ ਸੀ, ਉਹ ਨਸ਼ੇ ਦਾ ਮੁੱਦਾ ਸੀ, ਉਹ ਕਿਤੇ ਬੋਲਿਆ ਹੋਏਗਾ ਕਿ ਸੁਨੇਹਾ ਕਾਂਗਰਸ ਦੇ ਵੱਲੋਂ ਗਲਤ ਨਾ ਚੱਲ ਜਾਵੇ, ਹੁਣੇ ਬਿਕਰਮ ਮਜੀਠੀਆ ਤੇ FIR ਦਰਜ ਕੀਤੀ, ਮਸਾਂ ਜ਼ਮਾਨਤ ਉਹਨਾਂ ਲਈ ਹੈ, ਤੇ ਜੇ ਤੁਹਾਨੂੰ ਟਿਕਟ ਦੇ ਦਿੱਤੀ ਜਾਂਦੀ ਤੁਹਾਡੇ ਪਰਿਵਾਰ ਦੇ ਵਿੱਚ ਤਾਂ ਉਹੀ ਮੁੱਦਾ ਦੁਬਾਰਾ ਫਿਰ ਉੱਭਰ ਕੇ ਸਾਹਮਣੇ ਆਉਣਾ ਸੀਗਾ। ਜਸਵੀਰ ਜੀ, ਸਾਡੇ ਤੇ ਕੋਈ ਸੀਗੇ ਮੇਅਰ ਐਲੀਗੇਸ਼ਨ ਸੀਗੇ, ਹੁਣ ਤਾਂ ਸਾਰੀਆਂ ਚੀਜ਼ਾਂ ਸਾਹਮਣੇ ਆ ਚੁੱਕੀਆਂ ਸੀ, ਕਿਉਂਕਿ 2014 ਦੇ ਵਿੱਚ ਬੜਾ ਹੀ ਇਹ ਬਹੁਤ ਚਰਚਿਤ ਮਾਮਲਾ ਹੋਇਆ ਭੋਲਾ ਡਰੱਗ ਰੈਕਟ ਨੂੰ ਲੈ ਕੇ। ਉਸ ਤੋਂ ਬਾਅਦ ਸਾਡੇ ਹੀ ਜਿਹੜੇ ਪਾਰਟੀ ਦੇ ਜਿਹੜੇ ਅੱਜ ਕੱਲ੍ਹ ਕਾਰਪੋਰੇਟ ਏਜੰਸੀ ਚਲਾ ਰਹੇ ਆ, ਅਕਾਲੀ ਦਲ ਤਾਂ ਹੈ ਨਹੀਂ ਹੁਣ, ਬਾਦਲ ਪਰਿਵਾਰ, ਉਹਦੇ CEO ਸੁਖਬੀਰ ਸਿੰਘ ਬਾਦਲ ਨੇ ਉਸ ਵੇਲੇ ਸਰਦਾਰ ਬਿਕਰਮ ਸਿੰਘ ਮਜੀਠੀਆ ਹੋਰਾਂ ਨੂੰ ਜਿਹੜੀ ਅੱਜ ਕਾਰਵਾਈ ਹੋਈ ਹੈ ਥੋੜੇ ਦਿਨ ਪਹਿਲਾਂ, ਇਸੇ ਕਾਰਵਾਈ ਤੋਂ ਬਚਾਉਣ ਲਈ ਤੋਪ ਦਾ ਮੂੰਹ ਜਿਹੜਾ ਆ ਸਾਡੇ ਵੱਲ ਕਰ ਦਿੱਤਾ ਗਿਆ ਵੀ ਮੀਡੀਆ ਸਾਰਾ ਇੱਧਰ ਕਰ ਦਿਓ। ਅੱਜ ਕੱਲ੍ਹ ਤੁਹਾਨੂੰ ਪਤਾ ਹੁਣ ਉਹ ਇਹ ਕਾਰਪੋਰੇਟ ਵਾਂਗੂ ਚਲਾਉਂਦੇ ਆ ਕੰਮ ਸਾਰਾ, ਉਹ ਮੀਡੀਆ ਮੈਨੇਜਮੈਂਟ ਕਰਕੇ ਵੀ ਇੱਧਰ ਨੂੰ ਚਲਾ ਦਿਓ ਸਾਰਾ ਕੁਛ। ਪਰ ਦੇਖਣ ਵਾਲੀਆਂ ਗੱਲਾਂ ਕੀ ਆਈਆਂ ਕਿ ਸਾਰਾ ਕੁਝ ਜਦੋਂ ਚਾਰਜ ਸ਼ੀਟ ਫਾਈਲ ਹੋ ਜਾਂਦੀ ਹੈ ਕੋਰਟ ਦੇ ਵਿੱਚ, ਫਿਰ ਸਾਰੀਆਂ ਚੀਜ਼ਾਂ ਉਹ ਪਬਲਿਕ ਡਾਕੂਮੈਂਟ ਬਣ ਜਾਂਦੀਆਂ ਤੇ ਉਹ ਸਾਰਾ ਕੁਝ ਹੀ ਸਾਹਮਣੇ ਆ ਗਿਆ ਲੋਕਾਂ ਦੇ। ਉਹ ਜਿਹੜੀ ਤੁਸੀਂ ਗੱਲ ਕਹੀ ਹੈ ਉਹ ਕਿਸੇ ਵੀ 1% ਵੀ ਇੱਕ ਕ੍ਰਾਈਟੀਰੀਆ ਵੀ ਨਹੀਂ ਆਇਆ। ਤੇ ਸਭ ਤੋਂ ਵੱਡੀ ਗੱਲ ਜਿਹੜੀ ਦੇਖਣ ਵਾਲੀ ਆਈ ਹੈ ਕਿ ਸਾਡੇ ਉੱਤੇ ਕੋਈ ਵੀ ਕਿਸੇ ਇੰਡੀਆ ਦੇ ਕਿਸੇ ਵੀ ਥਾਣੇ ਦੇ ਵਿੱਚ ਕੋਈ FIR ਨਹੀਂ ਸੀ, ਨਾ ਕੋਈ NDPS ਦੀ FIR ਅੱਜ ਸੀ, ਨਾ ਹੈਗੀ ਹੈ, ਤੇ ਨਾ ਹੀ ਪ੍ਰਮਾਤਮਾ ਕਰੇ ਹੋਵੇ। ਉਸ ਕ੍ਰਾਈਟੀਰੀਆ ਦੇ ਵਿੱਚ ਅਸੀਂ ਫਾਲ ਹੀ ਨਹੀਂ ਸੀ ਕਰਦੇ। ਦੂਜੀ ਗੱਲ, ਇਹ ਇੱਕ ਡਰੱਗ ਦਾ ਸਕੈਮ ਬਣਾ ਦਿੱਤਾ ਗਿਆ ਜਿਹਦਾ ਕਿ ਸਾਡੇ ਤੇ ਕੋਈ FIR ਹੀ ਨਹੀਂ ਸੀ NDPS ਦੀ। ਸਭ ਤੋਂ ਵੱਡੀ ਗੱਲ ਜਿਹੜੀ ਅੱਜ ਮੈਂ ਤੁਹਾਨੂੰ ਦੱਸਣ ਲੱਗਾ ਜਸਵੀਰ ਜੀ, ਜਿਹੜੀ ਕਿ ਹੁਣ ਦੇਖਣ ਨੂੰ ਆਈ ਹੈ, ਜਦੋਂ ਅਸੀਂ ਕਹਿੰਦੇ ਸੀ ਵੀ ਸਾਡੇ ਨਾਲ ਗਲਤ ਹੋ ਰਿਹਾ, ਪਰ ਜਦੋਂ ਮੇਰੇ IO ਸੀਗੇ ਸਰਦਾਰ ਨਿਰੰਜਨ ਸਿੰਘ, ਜਿਹੜੇ ED ਦੇ ਉਸ ਵੇਲੇ ਬਹੁਤ ਵੱਡੇ ਅਫਸਰ ਮੰਨੇ ਜਾਂਦੇ ਸੀ ਤੇ ਆਪਣੇ ਆਪ ਨੂੰ ਉਹਨਾਂ ਨੇ ਪ੍ਰਮੋਟ ਵੀ ਬੜਾ ਕੀਤਾ, ਤੇ ਜਿਸ ਦਿਨ ਉਹਨਾਂ ਦੀ ਰਿਟਾਇਰਮੈਂਟ ਸੀ ਉਹਨਾਂ ਨੂੰ ਉਹਨਾਂ ਦੇ ਡਿਪਾਰਟਮੈਂਟ ਨੇ ਚਾਰਜ ਸ਼ੀਟ ਕਰ ਦਿੱਤਾ। ਤੇ ਚਾਰਜ ਸ਼ੀਟ ਕੀ ਕੀਤਾ ਵੀ ਤੁਸੀਂ ਐਸੇ ਸਾਡੇ ਕੋਲੇ ਡਿਪਟੀ ਡਾਇਰੈਕਟਰ ਜਾਂ ਡਾਇਰੈਕਟਰ ਜਾਂ ਹੋਰ ਅਫਸਰ ਸਹਿਬਾਨ ਕੋਈ 500-700 ਹਜ਼ਾਰ ਜਾਂ 5000 ਅਫਸਰ ਨੇ ਇੰਡੀਆ ਦੇ ਵਿੱਚ, ਪਰ ਕੋਈ ਅਫਸਰ ਐਸਾ ਨਹੀਂ ਜਿਹਨੇ 5 ਤੋਂ 7 ਕਰੋੜ ਰੁਪਈਆ ਆਪਣੀ ਬੇਟੀ ਦੇ ਵਿਆਹ ਤੇ ਲਾਤਾ ਹੋਵੇ, ਜਿਹਦੇ 'ਚ ਦਲਜੀਤ ਦੋਸਾਂਝ ਵਰਗੇ ਕਲਾਕਾਰ ਪਰਫਾਰਮ ਕਰਨ ਆਏ ਹੋਣ, ਜਿਹਦੀ ਸਾਊਂਡ ਜਿਹੜੀ ਹੈ ਉਹ ਬਹੁਤ ਮਹਿੰਗੀ ਸਾਊਂਡ ਦਿੱਲੀ ਤੋਂ ਆਈ ਹੋਵੇ, ਜਿਹਦੇ 'ਚ ਫੁੱਲ ਵਿਦੇਸ਼ਾਂ ਤੋਂ ਆਏ ਹੋਣ, ਖਾਣਾ ਪਤਾ ਨਹੀਂ ਕਿੰਨੇ ਕੁਜ਼ੀਨ ਲੱਗੇ ਹੋਣ, ਵੀ ਐਸਾ ਤਾਂ ਸਾਡੇ ਕੋਲੇ ਕੋਈ ਅਫਸਰ ਨਹੀਂ ਹੈਗਾ। ਜਦੋਂ ਉਹਦੀ ਛਾਣਬੀਣ ਕੀਤੀ ਗਈ ਤਾਂ ਇਹ ਗੱਲ ਸਾਹਮਣੇ ਆਈ ਵੀ ਜਿਹੜੇ ਆਪਣੇ ਬਚਾਅ ਕਰਦੇ ਸੀ, ਦੂਜਿਆਂ ਉੱਤੇ ਜਿਹੜਾ ਹੈ ਚਿੱਕੜ ਛਿੱਟਣ ਦੀ ਕੋਸ਼ਿਸ਼ ਕਰਦੇ ਸੀ, ਉਹਨਾਂ ਨਾਲ ਉਹ ਰਲੇ ਹੋਏ ਸੀ। ਇਸੇ ਕਰਕੇ ਉਹਨਾਂ ਦੇ ਡਿਪਾਰਟਮੈਂਟ ਨੇ ਉਹਨਾਂ ਨੂੰ ਖੁਦ ਨੂੰ ਹੀ ਚਾਰਜ ਸ਼ੀਟ ਕਰ ਦਿੱਤਾ। ਫਿਰ ਜਦੋਂ ਮੇਰਾ IO ਹੀ ਚਾਰਜ ਸ਼ੀਟ ਹੋ ਗਿਆ, ਮੇਰੇ ਵਾਲੇ ਕੇਸ 'ਚ ਹੀ ਹੋ ਗਿਆ, ਉਹਦੇ ਕੰਡਕਟ ਤੇ ਹੀ ਕੁਐਸਚਨ ਲੱਗ ਗਿਆ, ਤੇ ਫਿਰ ਕੇਸ ਦੀ ਵੈਲਿਊ ਕੀ ਰਹਿ ਜਾਂਦੀ ਹੈ ਜੀ। ਇਸ ਦੌਰ ਦੇ ਵਿੱਚ ਜਦੋਂ ਕਾਂਗਰਸ ਨੂੰ ਕੋਈ ਛੱਡਦਾ ਆ ਤੇ ਉਹ ਸਿੱਧਾ ਪਾਵਰ ਹਾਊਸ ਨੂੰ ਹੱਥ ਪਾਉਂਦਾ ਹੈ, ਮਤਲਬ ਭਾਰਤੀ ਜਨਤਾ ਪਾਰਟੀ ਦੇ ਨਾਲ ਸਿੱਧਾ ਹੱਥ ਮਿਲਾਉਂਦਾ ਹੈ। ਇੱਥੋਂ ਤੱਕ ਕਿ ਕੈਪਟਨ ਅਮਰਿੰਦਰ ਸਿੰਘ ਦੇ ਬਹੁਤ ਖਾਸ ਰਾਣਾ ਗੁਰਮੀਤ ਸੋਢੀ ਵੀ ਕੈਪਟਨ ਦੀ ਬਜਾਏ ਬਾਈਪਾਸ ਹੋ ਕੇ ਨਾ ਸਿੱਧਾ BJP ਦੇ ਪਾਲੇ ਤੇ ਚੱਲ ਜਾਂਦੇ ਆ। ਇੱਦਾਂ ਦੇ ਬਹੁਤ ਸਾਰੇ ਨੇ ਜਿਹੜੇ ਸਿੱਧੇ BJP 'ਚ ਗਏ। ਤੁਹਾਨੂੰ ਅਕਾਲੀ ਦਲ ਸੰਯੁਕਤ ਕਿਉਂ ਚੰਗਾ ਲੱਗਾ? ਪਾਵਰ ਹਾਊਸ ਨੂੰ ਹੱਥ ਕਿਉਂ ਨਹੀਂ ਪਾਇਆ ਗਿਆ, ਜਦ ਕਿ ਅਸਿੱਧੇ ਰੂਪ ਦੇ ਵਿੱਚ ਤਾਰਾਂ ਫਿਰ BJP ਨਾਲ ਜਾ ਕੇ ਜੁੜ ਜਾਂਦੀਆਂ ਨੇ? ਦੇਖੋ, ਗੱਲ ਇਹ ਹੈ ਕਿ ਸਾਡਾ ਜਿਹੜਾ ਪੁਰਾਣਾ ਪਿਛੋਕੜ ਆ, ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਬਹੁਤ ਚਿਰ ਕੰਮ ਕੀਤਾ ਤੇ ਸ਼੍ਰੋਮਣੀ ਅਕਾਲੀ ਦਲ ਵੀ ਜਿਹੜੀ ਹੈ ਬਹੁਤ ਪੁਰਾਣੀ ਤੇ ਪੰਥ ਦੇ ਹਿੱਤਾਂ ਦੇ ਲਈ, ਪੰਜਾਬ ਦੇ ਹਿੱਤਾਂ ਦੇ ਲਈ ਤੇ ਆਮ ਲੋਕਾਂ ਦੇ, ਗਰੀਬ ਲੋਕਾਂ ਦੇ ਹਿੱਤਾਂ ਦੇ ਉੱਤੇ ਪਹਿਰਾ ਦੇਣ ਵਾਲੀ ਪਾਰਟੀ ਹੈ। ਬਹੁਤ ਸਾਰੀਆਂ ਸ਼ਹਾਦਤਾਂ, ਕੁਰਬਾਨੀਆਂ ਦੇ ਕੇਸ ਦੀ ਨੀਂਹ ਰੱਖੀ ਗਈ ਸੀ ਤੇ ਹਮੇਸ਼ਾ ਇਸ ਪਾਰਟੀ ਨੇ ਕੋਈ ਮੋਰਚਾ ਹੋਵੇ ਲੋਕਾਂ ਵਾਸਤੇ ਵੱਧ ਚੜ ਕੇ ਹਿੱਸਾ ਲਿਆ, ਚਾਹੇ ਉਹ ਪੰਜਾਬ ਪਾਣੀਆਂ ਦੀ ਗੱਲ ਹੋਵੇ ਜਾਂ ਕੋਈ ਵੀ ਲੋਕਾਂ ਨਾਲ ਜੁੜੇ ਮੁੱਦੇ ਹੋਣ। ਉਹ ਸਾਡੇ ਮਨ ਦੇ ਵਿੱਚ ਜਿਹੜੀ ਜਦੋਂ ਸਾਡੀ ਗਰੋਥ ਹੋਈ ਹੈ, ਮੇਰਾ ਜਨਮ ਹੀ ਅਕਾਲੀ ਦਲ ਦੇ ਵਿੱਚ ਹੋਇਆ ਸੀ, ਪਰ ਜਿਸ ਸਮੇਂ ਅਸੀਂ ਅਕਾਲੀ ਦਲ ਛੱਡਿਆ ਸੀ ਉਦੋਂ ਇਹ ਪਲੇਟਫਾਰਮ ਨਹੀਂ ਸੀ, ਸਾਡੇ ਕੋਲੇ ਕੋਈ ਬਚਣ ਦਾ ਰਾਹ ਨਹੀਂ ਸੀ। ਸਾਡੇ ਆਪਣੇ ਹੀ ਲੋਕ ਜਿਹੜਾ ਉਹ ਅਕਾਲੀ ਦਲ ਨੂੰ ਹਾਈਜੈਕ ਕਰਕੇ ਆਪਣੀ ਕਾਰਪੋਰੇਟ ਏਜੰਸੀ ਚਲਾ ਰਹੇ ਆ, ਸੁਖਬੀਰ ਜੀ ਹੋਰੀ, ਉਹ ਸਾਨੂੰ ਮਾਰਨ ਦੀ ਕੋਸ਼ਿਸ਼ ਕਰ ਰਹੇ ਸੀ ਤੇ ਸਾਨੂੰ ਫਿਰ ਕੀ ਕਹਿੰਦੇ ਜਦੋਂ ਕੱਢ ਹੀ ਦਿੱਤਾ ਉਹਨਾਂ ਨੇ, ਸਾਨੂੰ ਸਟੈਪ ਚੱਕਣਾ ਪਿਆ। ਹੁਣ ਇਹ ਪਲੇਟਫਾਰਮ ਬਣ ਗਿਆ ਸੀ। ਅਸੀਂ ਵੀ ਇਹ ਸੋਚਦੇ ਹਾਂ ਵੀ ਜਿਹੜੀ ਰੀਜਨਲ ਪਾਰਟੀ ਹੈ, ਅਕਾਲੀ ਦਲ ਹੈ, ਉਹ ਪੰਜਾਬ ਦੀ ਮਾਂ ਪਾਰਟੀ ਹੈ। ਸੋ ਘਾਟੇ ਵਾਧੇ ਨਹੀਂ ਦੇਖੇ ਜਾਂਦੇ। ਜਦੋਂ ਜਿਹੜੀ ਪਾਰਟੀਆਂ ਲੋਕਾਂ ਦੇ ਹਿੱਤਾਂ ਵਾਸਤੇ ਲੜਨ ਵਾਲੀਆਂ
ਉਹਨਾਂ ਨਾਲ ਸਾਡਾ ਮਨ ਸੀ, ਅਸੀਂ ਆਪਦੇ ਉਸੇ ਪਾਰਟੀ ਨਾਲ ਆ ਗਏ। ਤੇ ਇਹ ਗੱਲ ਜਿਹੜੀ ਤੁਸੀਂ ਕੀਤੀ ਆ ਵੀ ਕਿਤੇ ਨਾ ਕਿਤੇ ਉਹਨਾਂ ਨਾਲ ਰਲੇਵਾਂ ਹੈ। ਦੇਖੋ ਜਸਵੀਰ ਜੀ, ਗੱਲ ਤਾਂ ਇਹ ਹੈ ਵੀ ਆਪਾਂ ਇਸ ਵੇਲੇ ਜੇ ਪੰਜਾਬ ਜਿਹੜੀ ਤਰਸਯੋਗ ਹਾਲਤ ਦੇ ਵਿੱਚ ਹੈ, ਆਪਾਂ ਬਹੁਤ ਮਾੜੇ ਹਾਲਾਤਾਂ ਚੋਂ ਗੁਜ਼ਰ ਰਹੇ ਹਾਂ। ਕਰੀਬਨ 3.5 ਲੱਖ ਕਰੋੜ ਦਾ ਸਾਡੇ ਤੇ ਕਰਜ਼ਾ ਹੈ ਜਿਹੜਾ ਕਿ ਪੰਜਾਬ ਦੇ ਸਿਰ ਹੈ। ਸਾਡੀ ਰੋਜ਼ਗਾਰ ਸਾਡੇ ਕੋਲੇ ਨਹੀਂ, ਸਾਡੀ ਇੰਡਸਟਰੀ ਸਾਡੀ ਖਤਮ ਹੋ ਚੁੱਕੀ ਹੈ, ਸਾਡੇ ਬੱਚੇ ਬਾਹਰ ਜਾ ਰਹੇ ਆ, ਤੇ ਅਸੀਂ ਲੈਣਾ ਕਿਹਦੇ ਕੋਲ? ਕੌਣ ਸਾਨੂੰ ਕੁਝ ਦੇ ਸਕਦਾ? ਸੈਂਟਰ ਗਵਰਨਮੈਂਟ ਦੇ ਸਕਦੀ ਹੈ। ਤੇ ਸੈਂਟਰ ਗਵਰਨਮੈਂਟ ਜੇ ਸਾਨੂੰ ਕੁਝ ਪੈਕੇਜ ਦੇ, ਕੁਝ ਪੈਸਾ ਦੇਵੇ, ਸਾਡੇ ਸਿੱਖ ਇਸ਼ੂਸ ਤੇ ਜੇ ਸਾਨੂੰ ਗੱਲਾਂ ਕਰੇ, ਤਾਂ ਫਿਰ ਸਾਨੂੰ ਘਾਟਾ ਕੀ ਹੈ ਜੀ? ਇਸ ਕਰਕੇ ਜਿਹੜਾ ਉਹ ਅਲਾਇੰਸ ਹੈ ਉਹਨਾਂ ਨਾਲ ਹੋਇਆ ਤਾਂ ਕਿ ਪੰਜਾਬ ਤਕੜਾ ਹੋ ਸਕੇ, ਪੰਜਾਬ ਗੋਲਡਨ ਸਟੇਟ ਦੁਬਾਰਾ ਬਣ ਸਕੇ। ਤੁਸੀਂ ਪੈਕੇਜ ਦੀ ਗੱਲ ਕੀਤੀ ਆ। ਪੈਕੇਜ ਤਾਂ ਜਦੋਂ ਅਕਾਲੀ ਭਾਜਪਾ ਗੱਠਜੋੜ ਸੀ, ਸਰਕਾਰ ਬਣੀ ਸੀ, ਉਦੋਂ ਵੀ ਬੜੇ ਚਰਚੇ ਚੱਲੇ ਸੀਗੇ। ਸੁਖਬੀਰ ਹੋਰਾਂ ਨੇ ਕਿਹਾ ਸੀ ਟਰੱਕ ਭਰ ਕੇ ਆਉਣਗੇ ਕੇਂਦਰ ਦੇ ਵੱਲੋਂ। ਪੈਕੇਜ ਦੇ ਤਾਂ ਟਰੱਕ ਉਦੋਂ ਵੀ ਨਹੀਂ ਆਏ। ਭਾਰਤੀ ਜਨਤਾ ਪਾਰਟੀ ਦਾ ਪੰਜਾਬ ਨੂੰ ਲੈ ਕੇ ਰਵੱਈਆ ਪੈਕੇਜ ਦੇ ਮਾਮਲੇ ਦੇ ਵਿੱਚ ਜਾਂ ਫਿਰ ਇਸ ਅੰਦੋਲਨ ਦੇ ਮਾਮਲੇ ਦੇ ਵਿੱਚ ਜਦੋਂ ਦੇਖਦੇ ਹਾਂ ਤੇ ਉਹ ਬਿਲਕੁਲ ਆਪੋਜ਼ਿਟ ਖੜਾ ਨਜ਼ਰ ਆਉਂਦਾ। ਪੰਜਾਬ ਦੇ ਪੱਖ ਦੇ ਵਿੱਚ ਕਿਤੇ ਖੜੀਆਂ ਚੀਜ਼ਾਂ ਨਜ਼ਰ ਨਹੀਂ ਆਉਂਦੀਆਂ। ਬਾਵਜੂਦ ਜੇ ਆਪਾਂ ਪੈਕੇਜ ਦੀ ਵੀ ਗੱਲ ਕਰ ਲਈਏ, ਪ੍ਰਧਾਨ ਮੰਤਰੀ ਸਿਰਫ ਰਾਹ ਰੋਕ ਕੇ ਜਾਣ ਦਾ ਕਰਕੇ ਆਪਣਾ ਪੂਰੇ ਦਾ ਪੂਰਾ 42,000 ਕਰੋੜ ਦਾ ਪੈਕੇਜ ਲੈ ਕੇ ਵਾਪਸ ਚਲੇ ਜਾਂਦੇ। ਲੱਗਦਾ ਨਹੀਂ ਹੈ ਕਿ ਪੰਜਾਬ ਦੇ ਨਾਲ ਕੇਂਦਰ ਇੱਕ ਪਾਸੇ ਜਿਹੜਾ ਪੈਕੇਜ ਦੇ ਨਾਂ ਤੇ ਮਜ਼ਾਕ ਕਰਦੀ ਆ, ਦੂਜੇ ਪਾਸੇ ਅਸੀਂ ਇਹ ਵੀ ਉਮੀਦ ਰੱਖਦੇ ਕਿ ਨਹੀਂ ਜੇ ਉਧਰਲੇ ਪਾਸੇ ਗੰਢ ਧੁੱਪ ਹੋ ਜਾਂਦੀ ਹੈ, ਉਹਦੇ ਨਾਲ ਸਿੱਧਾ ਰਾਬਤਾ ਹੋ ਜਾਂਦਾ ਤੇ ਬੜਾ ਕੁਝ ਮਿਲ ਜਾਣਾ ਪੰਜਾਬ ਨੂੰ। ਦੇਖੋ ਗੱਲ ਇਹ ਹੈ ਕਿ ਜਿਹੜੀ ਤੁਸੀਂ ਪੈਕੇਜ ਦੀ ਕੀਤੀ ਹੈ, ਜਿਹੜੇ ਇਸ ਵੇਲੇ ਬਾਦਲ ਕੰਪਨੀ ਦੇ CEO ਨੇ ਸੁਖਬੀਰ ਜੀ, ਉਹ ਗੱਲਾਂ ਕਰਦੇ ਸੀ ਵੀ ਟਰੱਕ ਆਇਆ ਕਰਨਗੇ ਜੀ, ਬੱਸਾਂ ਐਸੀਆਂ ਬਣ ਜਾਣਗੀਆਂ ਜੀ, ਜਾਂ ਐਸੀਆਂ ਸੜਕਾਂ ਬਣਾ ਦਿਆਂਗੇ ਵੀ ਬੰਬ ਵੀ ਵੱਜੂਗਾ, ਟੁੱਟਣਗੀਆਂ ਨਹੀਂ ਜੀ। ਪਰ ਜਦੋਂ ਉੱਥੇ ਦਰਬਾਰ ਦੇ ਵਿੱਚ ਜਾਂਦੇ ਸੀ ਤਾਂ ਇੱਕੋ ਹੀ ਗੱਲ ਕਹਿੰਦੇ ਸੀ, ਸਾਡੀ ਵਜ਼ੀਰੀ ਸਾਨੂੰ ਦੇ ਦਿਓ ਜੀ। ਨਿਤੀਸ਼ ਕੁਮਾਰ ਹੋਣਾ ਨੇ ਪੈਕੇਜ ਲਿਆ ਸੀ ਬਿਹਾਰ ਵਾਸਤੇ, ਵਜ਼ੀਰੀ ਨਹੀਂ ਸੀ ਲਈ। ਤੇ ਜਿਹੜੀ ਪੰਜਾਬ ਦੀ ਪਾਰਟੀ ਜਿਹਦਾ ਨਾਮ ਲੈ ਕੇ ਉਹ ਹਾਈਜੈਕ ਕਰਕੇ ਉਹਨੂੰ ਯੂਜ਼ ਕਰ ਰਹੇ ਸੀ, ਤੇ ਉਹਦੇ ਜਿਹੜੇ ਮੋਹਰੀ ਸੀ ਜਿਨ੍ਹਾਂ ਤੇ ਪੰਜਾਬੀਆਂ ਨੇ ਵਿਸ਼ਵਾਸ ਕੀਤਾ ਸੀ, ਉਹ ਜਾ ਕੇ ਦਰਬਾਰ ਦੇ ਵਿੱਚੋਂ ਆਪਣੀ ਵਜ਼ੀਰੀ ਲਈ ਰੋਂਦੇ ਰਹੇ। ਨਹੀਂ ਤਾਂ ਇਹ ਸਾਰੀਆਂ ਗੱਲਾਂ ਪਹਿਲਾਂ ਨਹੀਂ ਸੀ ਹੋ ਸਕਦੀਆਂ। ਅੱਜ ਵੀਰ ਬਾਲ ਦਿਵਸ ਜਿਹੜਾ ਆ ਪ੍ਰਧਾਨ ਮੰਤਰੀ ਸਾਹਿਬ ਨੇ ਐਲਾਨ ਕੀਤਾ, ਸਾਡੇ ਲਈ ਤਾਂ ਕਿਸੇ ਨੇ ਹਾਂ ਦਾ ਨਾਅਰਾ ਵੀ ਮਾਰਿਆ, ਤਾਂ ਮਲੇਰਕੋਟਲਾ ਦੇ ਨਵਾਬ ਨੇ ਤਾਂ ਸਿੱਖ ਅੱਜ ਤੱਕ ਉਹਦੇ ਮਰੀਦ ਨੇ। ਪਰ ਇਹਦੇ ਉੱਤੇ ਵੀ ਇਤਰਾਜ਼ ਹੈ, ਤਿੰਨੋਂ ਹੀ ਸ਼ਬਦ ਜਿਹੜੇ ਆ ਉਹ ਕਹਿੰਦੇ ਸਾਨੂੰ ਤਿੰਨੇ ਹੀ ਸ਼ਬਦ ਪ੍ਰਵਾਨ ਨਹੀਂ ਆ ਵੀਰ ਬਾਲ ਦਿਵਸ। ਚਲੋ ਇਤਰਾਜ਼ ਤਾਂ ਹਰ ਗੱਲ ਤੇ ਰਹਿਣਾ, ਪਰ ਜਦੋਂ ਇਹ ਪਾਵਰ 'ਚ ਸੀਗੇ ਤਾਂ ਉਦੋਂ ਕੁਝ ਹੋਰ ਹੀ ਲੈ ਆਉਂਦੇ, ਜਿਹੜਾ ਨਵਾਂ ਸ਼ਬਦ ਇਹਨਾਂ ਦੇ ਮਾਈਂਡ 'ਚ ਸੀ ਉਹ ਬਣਾ ਕੇ ਲੈ ਆਉਂਦੇ। ਠੀਕ ਹੈ ਨਾ ਜੀ, ਉਹ ਲੈ ਆਉਂਦੇ, ਪਰ ਗੱਲ ਉੱਥੇ ਵਜ਼ੀਰੀ ਮੰਗਣ ਚਲੇ ਜਾਂਦੇ ਆ। ਸਰਦਾਰ ਸੁਖਦੇਵ ਸਿੰਘ ਢੀਂਡਸਾ ਜਿਹੜੇ ਇਸ ਵੇਲੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਪ੍ਰਧਾਨ ਨੇ, ਸਰਦਾਰ ਪਰਮਿੰਦਰ ਸਿੰਘ ਢੀਂਡਸਾ, ਉਹਨਾਂ ਨੇ ਅਮਿਤ ਸ਼ਾਹ ਨੂੰ ਮਿਲਣ ਗਏ ਤੇ ਉਹਨਾਂ ਨੇ ਪੰਜਾਬ ਦੀ ਗੱਲ ਕੀਤੀ ਹੈ। ਉਹਨਾਂ ਨੇ ਜਿਹੜੇ ਸਾਡੇ ਬੰਦੀ ਸਿੱਖ ਹੈ ਉਹਨਾਂ ਦੀ ਰਿਹਾਈ ਦੀ ਗੱਲ ਕੀਤੀ ਹੈ। ਉਹਨਾਂ ਨੇ ਕਿਹਾ ਸਾਨੂੰ 25-20 ਦੇ ਵਿੱਚ ਸੋਧ ਕਰਕੇ ਸਿੱਖ ਵੱਖਰੀ ਕੌਮ ਦਾ ਐਲਾਨ ਕੀਤਾ ਜਾਵੇ। ਤੇ ਜਦੋਂ ਆਹ ਗੱਲਾਂ ਕੀਤੀਆਂ, ਆਪਦੀ ਵਜ਼ੀਰੀ ਨਹੀਂ ਮੰਗੀ। ਜੇ ਢੀਂਡਸਾ ਸਾਹਿਬ ਵੀ ਬਣ ਸਕਦੇ ਰਾਜ ਸਭਾ ਦੇ ਮੈਂਬਰ, ਉਹ ਵਜ਼ੀਰ ਬਣ ਜਾਣ, ਸ਼ਾਇਦ ਕੋਈ ਕੁਰਸੀ ਖਾਲੀ ਹੁੰਦੀ, ਪਰ ਉਹਨਾਂ ਨੇ ਪੰਜਾਬ ਦੀਆਂ ਗੱਲਾਂ ਕੀਤੀਆਂ। ਫਿਰ ਅਕਾਲੀ ਦਲ ਉਹ ਹੈ ਜਿਹੜਾ ਪੰਜਾਬ ਦੇ ਹਿੱਤਾਂ ਦੀ ਰਾਖੀ ਕਰਦਾ ਹੈ। ਸੋ ਬਾਕੀ ਬਿਲਕੁਲ ਮੈਂ ਉੱਥੇ ਆਉਣਾ, ਜਿਹੜਾ ਕੋਈ ਪੈਕੇਜ ਹੈ ਕੋਈ ਇਸ ਤਰ੍ਹਾਂ ਨਹੀਂ ਕੋਈ ਕਿਸੇ ਨੇ ਲੁਕੋ ਲੈਣਾ, ਜਾਂ ਪ੍ਰਧਾਨ ਮੰਤਰੀ ਸਾਹਿਬ ਦੇ ਜੋ ਮਨ 'ਚ ਹੈ ਵੀ ਉਹ ਨਹੀਂ ਦੇਣਗੇ, ਇਸ ਤਰ੍ਹਾਂ ਦੀ ਕੋਈ ਗੱਲ ਨਹੀਂ। ਆਉਣ ਵਾਲੇ ਸਮੇਂ ਦੇ ਵਿੱਚ ਸਾਰੀਆਂ ਚੀਜ਼ਾਂ ਸਾਹਮਣੇ ਆਉਣਗੀਆਂ। ਤੇ ਮੇਰਾ ਇਹ ਮੰਨਣਾ ਹੈ ਵੀ ਜਿਹੜਾ ਅਲਾਇੰਸ ਹੈ ਇਹ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਲਈ ਬਹੁਤ ਵਧੀਆ ਰਹੇਗਾ, ਪੰਜਾਬ ਦੀ ਬੈਟਰਮੈਂਟ ਲਈ ਹੋਏਗਾ, ਸਾਡੇ ਨੌਜਵਾਨਾਂ ਦੇ ਲਈ ਬਹੁਤ ਵਧੀਆ ਹੋਏਗਾ। ਤੇ ਪੰਜਾਬ ਨੂੰ ਜਿਹੜਾ ਹਰ ਪੰਜਾਬੀ ਚਾਹੁੰਦਾ, ਚਾਹੇ ਉਹ ਕਿਸੇ ਪਾਰਟੀ ਦਾ ਆ, ਉਹ ਹਰ ਪੰਜਾਬੀ ਇਹ ਚਾਹੁੰਦਾ ਵੀ ਸਾਡਾ ਪੰਜਾਬ ਜਿਹੜਾ ਦੁਬਾਰਾ ਗੋਲਡਨ ਸਟੇਟ ਬਣ ਜੇ। ਪੰਜਾਬ ਜਿਹੜਾ ਭੰਗੜੇ ਪਾਉਂਦਾ, ਗਿੱਧੇ ਪਾਉਂਦਾ, ਜਿਹੜਾ ਮੂੰਹ ਤੇ ਰੌਣਕਾਂ ਹੁੰਦੀਆਂ ਸੀ ਪੰਜਾਬੀਆਂ ਦੇ, ਉਹ ਆ ਜਾਣ ਦੁਬਾਰਾ। ਕਿਤੇ ਸਾਨੂੰ ਬਾਹਰ ਜਾ ਕੇ ਦੁਬਈ ਦੇ ਵਿੱਚ, ਕਤਰ ਦੇ ਵਿੱਚ ਸਾਡੇ ਜਿਹੜੇ ਲੋਕ ਆ, ਸਾਡੇ ਭਰਾ ਆ, ਉਹਨਾਂ ਨੂੰ ਕਿਤੇ ਜਾ ਕੇ ਦਿਹਾੜੀਆਂ ਉੱਥੇ ਨਾ ਕਰਨੀਆਂ ਪੈਣ। ਤੇ ਕਿਸੇ ਵੇਲੇ ਐਸੇ ਹਾਲਾਤ ਹੋ ਜਾਂਦੇ ਆ ਵੀ ਉੱਥੋਂ ਫਿਰ ਮਾਵਾਂ ਦੇ ਪੁੱਤ ਜਿਹੜੇ ਆ ਉਹ ਕਫਨਾਂ ਦੇ ਵਿੱਚ ਬੰਦ ਹੋ ਕੇ ਆਉਂਦੇ ਆ। ਸੋ ਐਸੀਆਂ ਹਾਲਾਤਾਂ ਨੂੰ ਰੋਕਣ ਲਈ ਪੰਜਾਬ ਨੂੰ ਬਚਾਉਣ ਦੀ ਲੋੜ ਹੈ। ਤੇ ਇਹੀ ਇੱਕ ਅਲਾਇੰਸ ਹੈ ਜਿਹੜਾ ਸਹੀ ਦਿਸ਼ਾ ਦੇ ਸਕਦਾ, ਤੇ ਸੈਂਟਰ ਗਵਰਨਮੈਂਟ ਵੀ ਨਾਲ ਹੈ। ਤੇ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਇੱਕ ਗੋਲਡਨ ਜਿਹੜਾ ਪੰਜਾਬ ਦੁਬਾਰਾ ਬਣ ਸਕਦਾ ਹੈ। ਦਿੱਕਤਾਂ ਦਮਨ ਜੀ ਇਹ ਨੇ ਕਿ ਕੇਂਦਰ ਦੇ ਕੋਲੋਂ ਉਮੀਦਾਂ ਬਹੁਤ ਰੱਖੀਆਂ ਜਾਂਦੀਆਂ, ਪਰ ਪਿਛਲੇ ਕੁਝ ਦੌਰ ਦੇ ਦਰਮਿਆਨ ਜਿੱਦਾਂ ਰੂਰਲ ਡਿਵੈਲਪਮੈਂਟ ਫੰਡ ਰੋਕ ਦਿੱਤਾ ਜਾਂਦਾ, ਜਿਸ ਤਰੀਕੇ ਨਾਲ GST ਦਾ ਬਕਾਇਆ
ਲੰਬੇ ਸਮੇਂ ਤੱਕ ਖੜਾ ਰਹਿੰਦਾ। ਜਿਸ ਤਰੀਕੇ ਦੇ ਨਾਲ ਪੰਜਾਬ ਨੂੰ ਆਰਥਿਕ ਤੌਰ ਤੇ ਜਿਹੜਾ ਉਹ ਘੇਰਾਬੰਦੀ ਕਰਕੇ ਘੇਰਨ ਦੀ ਕੋਸ਼ਿਸ਼ ਕੀਤੀ ਜਾਂਦੀ, ਉਹ ਸਾਰੀਆਂ ਚੀਜ਼ਾਂ ਲੋਕਾਂ ਦੇ ਸਾਹਮਣੇ ਆਈਆਂ। ਪਰ ਮੈਂ ਉਹਨਾਂ ਚੀਜ਼ਾਂ ਤੇ ਨਹੀਂ ਜਾਵਾਂਗਾ, ਕਿਉਂਕਿ ਆਪਾਂ ਚੋਣ ਦੀ ਪੰਜਾਬ ਦੀ ਗੱਲ ਕਰਨੀ ਆ, ਤੁਹਾਡੀ ਦਾਅਵੇਦਾਰੀ ਉਮੀਦਵਾਰੀ ਉਹਦੀ ਗੱਲ ਕਰਨੀ ਆ, ਕਿਉਂਕਿ ਸਰਵਣ ਸਿੰਘ ਫਲੋਰ ਹੋਰੀ ਹੁਣ ਫਲੋਰ ਤੋਂ ਦਾਅਵੇਦਾਰੀ ਜਤਾ ਰਹੇ ਨੇ। ਅਕਾਲੀ ਦਲ ਸੰਯੁਕਤ ਦੇ ਵੱਲੋਂ ਉਮੀਦਵਾਰੀ ਤੈਅ ਕਰਨੀ ਅਜੇ ਬਾਕੀ ਹੈ। ਪਰ ਇੰਨਾ ਜ਼ਰੂਰ ਮੈਂ ਜਾਣਨਾ ਚਾਹੁੰਦਾ ਹਾਂ ਕਿ ਅਕਸਰ ਅਸੀਂ ਦੇਖਦੇ ਹਾਂ ਕਿ ਜਦੋਂ ਕੋਈ ਪਾਰਟੀ ਦੇ ਵਿੱਚ ਹੁੰਦਾ ਤੇ ਪਾਰਟੀ ਉਹਨੂੰ ਦੁੱਧ ਧੋਤੀ ਲੱਗਦੀ ਹੈ, ਜਦੋਂ ਪਾਰਟੀ ਛੱਡ ਕੇ ਦੂਜੇ ਪਾਸੇ ਹੁੰਦਾ ਨਾਲ ਹੀ ਪਾਰਟੀ ਦੀਆਂ ਖਾਮੀਆਂ ਜਿਹੜੀਆਂ ਉੱਭਰ ਕੇ ਸਾਹਮਣੇ ਆਉਣੀਆਂ ਸ਼ੁਰੂ ਹੋ ਜਾਂਦੀਆਂ, ਜਾਂ ਜਿੰਨੀਆਂ ਪਾਰਟੀਆਂ ਦੀ ਉਹ ਆਲੋਚਨਾ ਜੰਮ ਕੇ ਕਰਦਾ ਹੁੰਦਾ ਫਿਰ ਉਹਨਾਂ ਦੀ ਪ੍ਰਸ਼ੰਸਾ ਕਰਨੀ ਸ਼ੁਰੂ ਕਰ ਦਿੰਦਾ। ਇਹੀ ਭਾਰਤੀ ਜਨਤਾ ਪਾਰਟੀ ਸੀ, ਇਹੀ ਕੈਪਟਨ ਅਮਰਿੰਦਰ ਸਿੰਘ ਸੀ, ਕਿਸੇ ਸਮੇਂ ਜਿਹੜਾ ਆ ਉਹ ਫਲੋਰ ਪਰਿਵਾਰ ਦੇ ਨਿਸ਼ਾਨੇ ਤੇ ਵੀ ਰਿਹਾ। ਹੁਣ ਉਹਨਾਂ ਦੇ ਵਿੱਚ ਹੀ ਜਾ ਕੇ ਜਿਹੜਾ ਆ ਉਹ ਸੰਧੀ ਹੋਈ ਹੈ, ਸ਼ਮੂਲੀਅਤ ਹੋਈ ਹੈ, ਤੇ ਹੁਣ ਉਹਨਾਂ ਦੀਆਂ ਨੀਤੀਆਂ ਉਹਨਾਂ ਦੀਆਂ ਪਾਲਿਸੀਆਂ ਚੰਗੀਆਂ ਲੱਗਣ ਲੱਗ ਪਈਆਂ। ਕੀ ਕੁਰਸੀ ਦੀ ਖੇਡ ਤੱਕ ਹੀ ਪਾਰਟੀ ਦੀ ਪਸੰਦਗੀ ਤੇ ਨਾਪਸੰਦਗੀ ਜੁੜੀ ਹੁੰਦੀ ਹੈ, ਜਾਂ ਤੁਹਾਨੂੰ ਲੱਗਦਾ ਕਿ ਸਿਧਾਂਤ ਵੀ ਕੋਈ ਚੀਜ਼ ਹੁੰਦੀ ਹੈ, ਨੀਤੀ ਵੀ ਕੋਈ ਚੀਜ਼ ਹੁੰਦੀ ਹੈ? ਦੇਖੋ ਗੱਲ ਇਹ ਹੈ ਜਸਵੀਰ ਜੀ, ਗੱਲ ਹੁਣ ਜਿਵੇਂ ਆਪਣੇ ਹਲਕੇ ਦੀ ਤੇ ਹੀ ਆਵਾਂ। ਪਿਛਲੇ ਮੈਂ ਜਿਵੇਂ ਤੁਹਾਨੂੰ ਪਹਿਲਾਂ ਆਖਿਆ ਵੀ ਇੱਥੇ ਜੋ ਕੁਝ ਹੁੰਦਾ ਰਿਹਾ, ਇੱਕ ਬੰਦਾ ਹਲਕੇ ਨੂੰ ਲੁੱਟਦਾ ਵੀ ਰਿਹਾ ਤੇ ਕੁੱਟਦਾ ਵੀ ਰਿਹਾ, ਤੇ ਦੂਜਾ ਬੰਦਾ 75-25 ਵਾਲਾ ਕੰਮ ਕਰਕੇ ਉਹਨੂੰ ਚੁੱਪ ਬਹਿ ਕੇ ਆਪਣਾ ਸਾਥ ਦਿੰਦਾ ਰਿਹਾ। ਹੁਣ ਲੋਕ ਵਿਚਾਰੇ ਕਿੱਧਰ ਜਾਣ? ਜੇ ਥਾਣੇ ਕਚਹਿਰੀ ਕੰਮ ਹੈ ਤਾਂ ਉਹਨਾਂ ਨੂੰ ਉੱਥੇ ਪੈਸੇ ਦੇਣੇ ਪੈ ਰਹੇ ਆ। ਜਿਹੜੇ ਕਿਸੇ ਵੀ ਪਾਰਟੀ ਦੇ ਵਰਕਰ ਸੀ, ਚਾਹੇ ਜਿੱਤਣ ਵਾਲੇ ਦੇ ਵਰਕਰ ਸੀ ਚਾਹੇ ਹਾਰਨ ਵਾਲੇ, ਦੋਨਾਂ ਦੀ ਬੇਕਦਰੀ ਹੋਈ ਹੈ, ਰੱਜ ਕੇ ਬੇਇੱਜ਼ਤੀ ਹੋਈ ਹੈ। ਹੁਣ ਫਲੋਰ ਨੂੰ ਬਚਾਉਣ ਵਾਸਤੇ, ਦੁਬਾਰਾ ਇੱਕ ਇਨਸਾਫ ਦਾ ਰਾਜ ਦੇਣ ਵਾਸਤੇ ਕੀ ਤੁਸੀਂ ਸੋਚਦੇ ਆ ਅਸੀਂ ਨਾ ਆਈਏ ਮੈਦਾਨ ਦੇ ਵਿੱਚ? ਫਿਰ ਕੌਣ ਬਾਂਹ ਫੜੇਗਾ? ਫਿਰ ਇੱਦਾਂ ਹੀ ਲੋਕਾਂ ਨੂੰ ਆਪਣੇ ਲੋਕਾਂ ਨੂੰ ਜਲੀਲ ਹੋਣ ਦਈਏ? ਸੋ ਇਹ ਗੱਲਾਂ ਨੂੰ ਦੇਖਦੇ ਹੋਏ ਅੰਬੇਡਕਰ ਸਾਹਿਬ ਨੇ ਵੀ ਕਿਹਾ ਵੀ ਜੇ ਤੁਹਾਡੇ ਕੋਲੇ ਪੋਲੀਟੀਕਲ ਤਾਕਤ ਨਹੀਂ, ਤੁਸੀਂ ਆਪਣੇ ਲੋਕਾਂ ਦੀ ਜਾਂ ਸਮਾਜ ਦੀ ਕੀ ਰੱਖਿਆ ਕਰ ਸਕਦੇ ਜਾਂ ਉਹਨਾਂ ਨੂੰ ਕੀ ਦੇ ਸਕਦੇ ਹੋ? ਤੁਸੀਂ ਨਹੀਂ ਕੁਝ ਦੇ ਸਕਦੇ। ਉਹਨਾਂ ਦੀ ਤਰੱਕੀ ਤਾਂ ਹੀ ਹੋ ਸਕਦੀ ਹੈ ਜੇ ਤੁਹਾਡੇ ਕੋਲੇ ਪੋਲੀਟੀਕਲ ਤਾਕਤ ਹੈ। ਸੋ ਇਸ ਦੇ ਲਈ ਪੋਲੀਟੀਕਲ ਤਾਕਤ ਲੈਣੀ ਵੀ ਜ਼ਰੂਰੀ ਹੈ। ਬਾਕੀ ਜਿੱਥੇ ਤੱਕ ਤੁਸੀਂ ਗੱਲ ਕੀਤੀ ਹੈ ਵੀ ਮੈਂ ਕਦੇ ਕਿਸੇ ਨੂੰ ਨਿੰਦਦਾ ਨਹੀਂ, ਪਰ ਹੁਣ ਜਿਹੜੀ ਸੂਚੀ ਆਈ ਹੈ ਪਿੱਛੇ 86 ਕੈਂਡੀਡੇਟਸ ਦੀ, ਉਸ ਤੋਂ ਪਹਿਲਾਂ ਸਰਦਾਰ ਨਵਜੋਤ ਸਿੰਘ ਸਿੱਧੂ ਬੜਾ ਕਹਿੰਦੇ ਸੀ, ਅਸੀਂ ਵੀ ਸੋਚਦੇ ਸੀ ਵੀ ਸ਼ਾਇਦ ਕੋਈ ਪੰਜਾਬ ਮਾਡਲ ਜਿਹੜਾ ਨਵਾਂ ਆਵੇ ਉਹਦੇ ਨਾਲ ਪੰਜਾਬ ਦਾ ਬਹੁਤ ਭਲਾ ਹੋ ਜਾਏ। ਪਰ ਪੰਜਾਬ ਮਾਡਲ ਜਿਹੜਾ ਹੁਣ ਫਲੋਰ ਤੋਂ ਸਾਡੇ MP ਸਾਹਿਬ ਹੈ, ਉਹਨਾਂ ਦਾ ਬੇਟਾ ਹੈ, ਇਹਨਾਂ ਦੇ ਸਿਰ ਤੇ ਬਣਨਾ? ਇਹ ਤਾਂ ਖੁਦ ਚੋਰ ਨੇ, ਇਹਨਾਂ ਦੇ ਸਿਰ ਤੇ ਤਾਂ ਪੰਜਾਬ ਮਾਡਲ ਨਹੀਂ ਸਿਰਜਿਆ ਜਾ ਸਕਦਾ। ਸੋ ਪੰਜਾਬ ਮਾਡਲ ਵਾਲਾ ਦੀਵਾ ਜਦੋਂ ਨਵਜੋਤ ਸਿੰਘ ਸਿੱਧੂ ਸਾਹਿਬ ਦਾ ਇਹਨਾਂ ਕੈਂਡੀਡੇਟਾਂ ਦੀ ਲਿਸਟ ਆਈ, ਉਹ ਜਗਣ ਤੋਂ ਪਹਿਲਾਂ ਹੀ ਸਦਾ ਵਾਸਤੇ ਬੁਝ ਗਿਆ, ਤੇ ਫਿਰ ਰਹਿ ਕੌਣ ਗਿਆ ਜੀ ਪਿੱਛੇ? ਤੋ ਐਸੇ ਹਾਲਾਤਾਂ ਦੇ ਵਿੱਚ ਆਪਣੇ ਲੋਕਾਂ ਨੂੰ, ਆਪਣੇ ਏਰੀਏ ਦੀ ਗੱਲ ਰੱਖਣ ਨੂੰ, ਆਪਣੇ ਲੋਕਾਂ ਨੂੰ ਇਨਸਾਫ ਦਿਵਾਉਣ ਵਾਸਤੇ ਮੈਦਾਨ ਦੇ ਵਿੱਚ ਆਉਣਾ ਮੈਂ ਜੋ ਸਮਝਦਾ ਵੀ ਜ਼ਰੂਰੀ ਸੀ। ਜਿਹੜੀਆਂ ਵੰਡੀਆਂ ਪਈਆਂ ਨੇ ਇਸ ਗੱਠਜੋੜ ਦੇ ਦਰਮਿਆਨ, ਜੋ ਰਿਪੋਰਟਾਂ ਸਾਡੇ ਤੱਕ ਪਹੁੰਚੀਆਂ ਨੇ, ਉਹ ਕਹਿੰਦੀਆਂ ਨੇ ਕਿ 10-12 ਸੀਟਾਂ ਦੇ ਕਰੀਬ ਅਕਾਲੀ ਦਲ ਸੰਯੁਕਤ ਨੂੰ ਭਾਰਤੀ ਜਨਤਾ ਪਾਰਟੀ ਵੱਲੋਂ ਦਿੱਤਾ ਜਾ ਸਕਦਾ। ਥੋੜ੍ਹਾ ਬਹੁਤਾ ਅੱਗੇ ਪਿੱਛੇ ਜਿਹੜਾ ਉਹਦੇ 'ਚ ਹੋ ਸਕਦਾ, ਪਰ ਇਹ ਉਹ ਸੀਟਾਂ ਨੇ ਜਿਹੜੀਆਂ ਖਾਸ ਤੌਰ ਤੇ ਮਾਲਵੇ ਦੀਆਂ ਸੀਟਾਂ ਨੇ। ਦੁਆਬੇ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਲਈ ਕੋਈ ਸੀਟ ਨਹੀਂ ਹੈ। ਕੀ ਤੁਹਾਡਾ ਕਰਕੇ, ਤੁਹਾਡੀ ਸ਼ਮੂਲੀਅਤ ਦਾ ਕਰਕੇ ਜਿਹੜਾ ਉਹ ਭਾਰਤੀ ਜਨਤਾ ਪਾਰਟੀ ਨਾਲ ਉਸ ਗੱਠਜੋੜ ਦੇ ਵਿੱਚ ਕੁਝ ਹੇਰ-ਫੇਰ ਹੁੰਦੇ ਹੋਣਗੇ? ਤੁਹਾਨੂੰ ਇਹ ਸ਼ਿਓਰਟੀ ਦੇ ਕੇ ਪਾਰਟੀ 'ਚ ਸ਼ਾਮਲ ਕਰਵਾਇਆ ਗਿਆ ਕਿ ਚੋਣ ਮੈਦਾਨ 'ਚ ਉਤਾਰਿਆ ਜਾਏਗਾ, ਜਾਂ ਜਿੱਦਾਂ ਆਮ ਤੌਰ ਤੇ ਬਹੁਤ ਸਾਰੇ ਲੋਕ ਕਹਿੰਦੇ ਨੇ ਜੀ ਅਸੀਂ ਤਾਂ ਬਿਨਾਂ ਸ਼ਰਤ ਤੋਂ ਆਏ ਹਾਂ? ਸ਼ਰਤਾਂ ਪਹਿਲਾਂ ਤੈਅ ਕੀਤੀਆਂ ਹੁੰਦੀਆਂ, ਸ਼ਰਤ ਤੈਅ ਕਰਕੇ ਗਏ ਸੀਗੇ, ਭਰੋਸਾ ਦੇ ਦਿੱਤਾ ਆ, ਜਾਂ ਅਜੇ ਉਡੀਕ ਕਰਨੀ ਆ ਕਿ ਹਾਈਕਮਾਨ ਵੱਲੋਂ ਫੈਸਲਾ ਕੀ ਆਉਂਦਾ? ਦੇਖੋ ਤਕਰੀਬਨ 90% ਫੈਸਲੇ ਆਲਰੇਡੀ ਹੋ ਚੁੱਕੇ ਹੈ। ਬਈ ਜਿਹੜਾ ਇੱਕ 6 ਮੈਂਬਰੀ ਕਮੇਟੀ ਬਣੀ ਸੀ ਤਿੰਨਾਂ ਪਾਰਟੀਆਂ ਦੀ, ਉਹਦੇ ਵਿੱਚ 2-2 ਮੈਂਬਰ ਹਰ ਇੱਕ ਪਾਰਟੀ ਦੇ ਸੀ, ਤੇ ਉਹਨਾਂ ਨੇ ਕਾਫੀ ਡਿਸਕਸ਼ਨਸ ਕਰਕੇ ਜਿੱਥੋਂ ਪਾਰਟੀ ਦਾ ਉਮੀਦਵਾਰ ਜਿੱਤਣ ਵਾਲਾ ਜੀ ਉਹਨੂੰ ਉੱਥੋਂ ਟਿਕਟ ਦੇਣੀ ਹੈ। ਸੋ 90% ਉਹ ਆ ਗਏ ਆ ਵੀ ਕਿਸ ਥਾਂ ਤੋਂ ਕਿਸ ਪਾਰਟੀ ਨੇ ਲੜਨਾ ਹੈ। ਬਾਕੀ ਜਿਹੜੀ ਫਾਈਨਲ ਲਿਸਟ ਹੈ, ਕਿਉਂਕਿ ਉਹਨਾਂ ਦੇ ਹੱਥ ਦੇ ਵਿੱਚ ਹੈ, ਤਿੰਨਾਂ ਪਾਰਟੀਆਂ ਨੇ ਆਪਣੇ ਆਪਣੇ ਨੁਮਾਇੰਦੇ ਬਿਠਾ ਦਿੱਤੇ ਹੈ, ਤੇ ਉਹ ਫੈਸਲਾ ਲੈਣਗੇ ਵਿਨੇਬਿਲਿਟੀ ਨੂੰ ਦੇਖਦੇ ਹੋਏ, ਕੈਂਡੀਡੇਟ ਨੂੰ ਦੇਖਦੇ ਹੋਏ, ਤੇ ਉੱਥੋਂ ਦੇ ਜਿਹੜੇ ਹਲਕੇ ਦੇ ਲੋਕ ਆ ਉਹਨਾਂ ਦੀ ਆਵਾਜ਼ ਨੂੰ ਦੇਖਦੇ ਹੋਏ। ਤੇ ਮੈਨੂੰ ਜੋ ਲੱਗਦਾ ਕਿ ਬਹੁਤ ਜਲਦ ਜਿਹੜਾ ਆ ਉਹ ਡਿਸੀਜ਼ਨ ਆ ਜਾਏਗਾ, ਫੈਸਲਾ ਉਹਨਾਂ ਦੇ ਹੱਥ ਦੇ ਵਿੱਚ ਹੈ। ਬਹੁਤ ਬਹੁਤ ਸ਼ੁਕਰੀਆ ਦਮਨ ਜੀ ਗੱਲਬਾਤ ਕਰਨ ਲਈ। ਸੋ ਦਮਨ ਫਲੋਰ, ਸਰਵਣ ਸਿੰਘ ਫਲੋਰ ਹੋਰਾਂ ਦੇ ਸਾਹਿਬਜ਼ਾਦੇ ਨੇ, ਔਰ ਕੰਪੇਨ ਪੂਰੀ ਦੀ ਪੂਰੀ ਉਹਨਾਂ ਦੇ ਹੱਥ ਆ। ਫਲੋਰ ਦੀਆਂ ਸਥਿਤੀਆਂ ਇਸ ਵੇਲੇ ਦਿਲਚਸਪ ਬਣਦੀਆਂ ਨਜ਼ਰ ਆ ਰਹੀਆਂ ਨੇ। ਹਾਲਾਂਕਿ ਬੜੇ ਨੱਪੇ ਤੁੱਲੇ ਸ਼ਬਦਾਂ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਉਹਨਾਂ ਨੇ ਕਰਨ ਦੀ ਕੋਸ਼ਿਸ਼ ਕੀਤੀ ਹੈ, ਤੇ ਮੈਨੂੰ ਲੱਗਦਾ ਕਿ ਜਿੱਦਾਂ ਜਿੱਦਾਂ ਫਿਰ ਸਮਾਂ ਲੰਘੇਗਾ
ਜੇ ਟਿਕਟ ਅਨਾਉਂਸ ਹੋ ਜਾਂਦੀ ਹੈ, ਉਮੀਦਵਾਰੀ ਐਲਾਨ ਦਿੱਤੀ ਜਾਂਦੀ ਹੈ, ਤੇ ਹੋ ਸਕਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ 90 ਤੁਲੇ ਸ਼ਬਦ ਖੁੱਲੀਆਂ ਚੁਣੌਤੀਆਂ ਦੇ ਰੂਪ ਦੇ ਵਿੱਚ ਵੀ ਤੁਹਾਨੂੰ ਸੁਣਾਈ ਦੇ ਸਕਦੇ ਆ। ਫਿਲਹਾਲ ਉਮੀਦ ਕੀਤੀ ਜਾ ਰਹੀ ਹੈ ਕਿ ਇਸ ਵਾਰ ਫਿਲੌਰ ਦੀ ਸੀਟ ਦੇ ਉੱਤੇ ਵੀ ਬੜਾ ਫਸਮਾ ਮੁਕਾਬਲਾ ਹੁੰਦਾ ਨਜ਼ਰ ਆਏਗਾ ਤੇ ਫਿਲੌਰ ਦੇ ਲੋਕ ਤੈਅ ਕਰਨਗੇ ਕਿ ਕਿਹਨੂੰ ਜਿਤਾਉਣਾ ਆ, ਕਿਹਨੂੰ ਹਰਾਉਣਾ ਆ, ਤੇ ਫਿਰ ਇਹਨਾਂ ਸੀਟਾਂ ਦੇ ਆਧਾਰ ਤੇ ਤੈਅ ਹੋਏਗਾ ਕਿ ਪੰਜਾਬ ਦਾ ਮੁੱਖ ਮੰਤਰੀ ਕੌਣ ਹੋਏਗਾ, ਪੰਜਾਬ 'ਚ ਸਰਕਾਰ ਕਿਹਦੀ ਬਣੇਗੀ। ਇੱਕ ਗੱਠਜੋੜ ਅਕਾਲੀ ਦਲ ਸੰਯੁਕਤ, ਇਹਦੇ ਨਾਲ ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ਲੋਕ ਕਾਂਗਰਸ ਤੇ ਭਾਰਤੀ ਜਨਤਾ ਪਾਰਟੀ, ਉਹ ਵਾਲਾ ਮੋਹਰੇ ਆਉਂਦਾ ਆ। ਕਾਂਗਰਸ ਦੁਬਾਰਾ ਰਿਪੀਟ ਕਰਦੀ ਹੈ, ਅਕਾਲੀ ਬਸਪਾ ਦਾ ਨਵੇਂ ਤਰੀਕੇ ਦਾ ਗੱਠਜੋੜ ਸੱਤਾ 'ਚ ਉਹਨਾਂ ਨੂੰ ਲਿਆਉਂਦਾ ਆ, ਜਾਂ ਅੱਜ ਹੀ ਭਗਵੰਤ ਮਾਨ ਹੋਰਾਂ ਨੂੰ ਮੁੱਖ ਮੰਤਰੀ ਚਿਹਰੇ ਦਾ ਉਮੀਦਵਾਰ ਐਲਾਨਿਆ ਆਮ ਆਦਮੀ ਪਾਰਟੀ ਨੇ, ਜਾਂ ਇਹ ਐਲਾਨ ਪੱਕੇ ਤੌਰ ਤੇ ਉਹਨਾਂ ਦੇ ਨਾਮ ਦੇ ਨਾਲ ਲੱਗ ਜਾਂਦਾ। ਫਿਲਹਾਲ ਪੰਜਾਬ ਦੇ ਲੋਕਾਂ ਨੇ ਤੈਅ ਕਰਨਾ ਤੇ ਨਤੀਜਾ 10 ਮਾਰਚ ਨੂੰ ਆਏਗਾ। ਹਰ ਰਿਪੋਰਟ, ਹਰ ਹਲਕੇ ਦੇ ਹਾਲਾਤ ਤੁਹਾਨੂੰ ਦਿਖਾਉਂਦੇ ਰਵਾਂਗੇ। ਫਿਲਹਾਲ ਇਜਾਜ਼ਤ ਦਿਓ ਮੇਰੇ ਸਹਿਯੋਗੀ ਪ੍ਰਵੀਨ ਬੌਬੀ ਤੇ ਆਪਣੇ ਜਸਵੀਰ ਨੂੰ। ਫਿਰ ਮੁਲਾਕਾਤ ਹੋਏਗੀ, ਤਦ ਤੱਕ ਲਈ ਦੇਖਦੇ ਰਹੋ ਟੀਵੀ ਪੰਜਾਬ। ਜੀ ਮੈਂ ਨਿਰਮਲ ਮਾਨ ਪੂਰਾ ਟੈਕਸ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।